ਸਰ ਇੱਕ ਬੱਚਾ ਉਹ ਜਦੋਂ ਸ਼ਾਦੀ ਦੀ ਉਮਰ ਨੂੰ ਪਹੁੰਚਦਾ ਤੇ ਉਹਦਾ ਬਾਪ ਕਹਿੰਦਾ ਇੱਕ ਦਿਨ ਕਹਿੰਦਾ ਗੱਲ ਹੈ ਵੇ ਪੁੱਤਰ ਤੂੰ ਵਿਆਹ ਕਰਨਾ ਤੇਰੇ ਵਿਆਹ ਦੀ ਉਮਰ ਹੋ ਗਈ ਹੈ ਵਿਹਲਾ ਟੁਰਿਆ ਫਿਰਦਾ ਤੇ ਕੋਈ ਖੂਬਸੂਰਤ ਜੀ ਕੋਈ ਲੜਕੀ ਦੇਖ ਲਿਆ ਜੇਕਰ ਤੈਨੂੰ ਕੋਈ ਪਸੰਦ ਆ ਜਾਏ ਤੇ ਉਹ ਦੱਸ ਦੀ ਵਰਨਾ ਅਸੀਂ ਤੇਰਾ ਰਿਸ਼ਤਾ ਕਰੀਏ। ਉਹਨੇ ਕਿਹਾ ਠੀਕ ਹੈ। ਉਹਨੂੰ ਇੱਕ ਦਿਨ ਇੱਕ ਲੜਕੀ ਇੰਤਹਾਈ ਖੂਬਸੂਰਤ ਪਟੋਲਾ ਉਹਨੂੰ ਮਿਲ ਜਾਂਦੀ ਹੈ ਤੇ ਉਹ ਕਹਿੰਦਾ ਕਿ ਘਰ ਆ ਕੇ ਪਾਪਾ ਨਾਲ ਗੱਲ ਕਰਦਾ ਕਹਿੰਦਾ ਪਾਪਾ ਅੱਜ ਮੈਨੂੰ ਕੁੜੀ ਪਸੰਦ ਆ ਗਈ। ਓਹੋ ਮੈਂ ਤੇ ਸ਼ਾਦੀ ਕਰਾਣੀ ਤੇ ਉਹਦੇ ਨਾਲ ਕਰਾਣੀ। ਉਹਦਾ ਪਿਓ ਕਹਿੰਦਾ ਠੀਕ ਹੈ ਪੁੱਤ ਤੇਰੀ ਕਰਦੇ ਨੇ ਸ਼ਾਦੀ। ਪਿਓ ਕਹਿੰਦਾ ਚਲੋ ਲੜਕੀ ਨਾਲ ਮੁਲਾਕਾਤ ਕਰਾਈ। ਉਹ ਲੜਕੀ ਨਾਲ ਮੁਲਾਕਾਤ ਕਰਾਉਂਦਾ ਤੇ ਲੜਕੀ ਇੰਨੀ ਖੂਬਸੂਰਤ ਹੁੰਦੀ ਹੈ ਕਿ ਰੇ ਰੱਬ ਦਾ ਨਾਮ ਇੰਤਹਾਈ ਖੂਬਸੂਰਤ। ਤੇ ਉਹਦਾ ਬਾਪ ਜਦੋਂ ਉਹਨੂੰ ਵੇਖਦਾ ਤੇ ਉੱਤੇ ਫਿਦਾ ਹੋ ਜਾਂਦਾ ਤੇ ਬਾਪ ਉਹਨੂੰ ਵੇਖ ਕੇ ਕਹਿਣ ਲੱਗਦਾ ਕਿ ਪੁੱਤ ਕਰ ਲਿਆ ਵੇ ਕਿ ਤੇਰੀ ਮੈਂ ਸ਼ਾਦੀ ਦੇ ਨਾਲ ਕਰਦਾ ਤੂੰ ਵਿਹਲਾ ਨਖੱਟੂ ਤੂੰ ਜਿਹਦਾ ਖਰਚਾ ਨਹੀਂ ਪੂਰਾ ਕਰ ਸਕਣਾ। ਇਹਨੂੰ ਕੋਈ ਮੈਚੋਰ ਆਦਮੀ ਚਾਹੀਦਾ ਹੈਗਾ ਤੇ ਕੋਈ ਕਮਾਉਣ ਵਾਲਾ ਬੰਦਾ ਚਾਹੀਦਾ। ਤੂੰ ਕੰਮ ਘਰ ਕਰਦਾ ਨਹੀਂ ਹੈਗਾ ਤੇ ਲਿਹਾਜ਼ਾ ਇਹਦੇ ਨਾਲ ਸ਼ਾਦੀ ਮੈਂ ਕਰਾਵਾਂਗਾ। ਹੁਣ ਉਹ ਲੜਕੇ ਦੀ ਮਿਹਨਤ ਹੋਈ ਹੁੰਦੀ ਹੈ। ਉਹ ਲੜਕੇ ਦੇ ਉਹਦੇ ਬਾਪ ਦੇ ਨਾਲ ਇਖਤਲਾਫ ਹੋ ਜਾਂਦਾ ਹੈ। ਉਹ ਜਦੋਂ ਇਖਤਲਾਫ ਹੁੰਦਾ ਹੈ ਤੇ ਆਖਿਰਕਾਰ ਉਹ ਕਰਦੇ ਸੋਚਦੇ ਅਸੀਂ ਕਾਨੂੰਨ ਦਾ ਸਹਾਰਾ ਲੈਂਦੇ। ਉਹ ਮੁਕਾਮੀ ਜਿਹੜੇ ਪੁਲਿਸ ਸਟੇਸ਼ਨ ਚਲੇ ਜਾਂਦੇ ਨੇ। ਉੱਥੇ ਅਫੀਸਰ ਨਾਲ ਗੱਲ ਕਰਦੇ ਕਹਿੰਦੇ ਯਾਰ ਸਾਡੇ ਬਾਪ ਬੇਟੀ ਦੇ ਨਾਲ ਗੱਲ ਹੋ ਗਈ ਲੜਾਈ ਇਖਤਲਾਫ ਹੈ ਤੇ ਬਾਪ ਕਹਿੰਦਾ ਮੈਂ ਸ਼ਾਦੀ ਕਰਨੀ ਹੈ ਤੇ ਲੜਕਾ ਕਹਿੰਦਾ ਮੈਂ ਸ਼ਾਦੀ ਕਰਨੀ ਹੈ ਤੇ ਇਹਦਾ ਫੈਸਲਾ ਤੇ ਕਰ ਦਿਓ ਇੰਸਪੈਕਟਰ ਸਾਹਿਬ। ਇੰਸਪੈਕਟਰ ਕਹਿੰਦਾ ਠੀਕ ਹੈ ਲੈ ਕੇ ਆਓ ਉਹਨੂੰ ਇੱਥੇ। ਉਹ ਜਦੋਂ ਲੜਕੀ ਆਉਂਦੀ ਹੈ ਉਹਦੇ ਸਾਹਮਣੇ ਇੰਸਪੈਕਟਰ ਹੋਏ ਹੋਏ ਏਡੀ ਖੂਬਸੂਰਤ ਔਰਤ ਉਹ ਇੰਸਪੈਕਟਰ ਵੀ ਉੱਤੇ ਫਿਦਾ ਹੋ ਜਾਂਦਾ। ਉੱਤੇ ਫਿਦਾ ਹੁੰਦਾ ਕਹਿੰਦਾ ਐਸਾ ਕਰੋ ਤੁਸੀਂ ਦੋਨੋਂ ਇਹਦੇ ਕਾਬਲ ਨਹੀਂ ਹੈਗੇ ਇਹਦੇ ਕੋਈ ਅੱਛਾ ਰੋਜ਼ਗਾਰ ਕਮਾਉਣ ਵਾਲਾ ਚਾਹੀਦਾ ਹੈਗਾ। ਇੰਨੀ ਖੂਬਸੂਰਤ ਔਰਤ ਇਹਦੇ ਨਾਲ ਦਖਲ ਕਿਹਨੇ ਬਰਦਾਸ਼ਤ ਕਰਨੇ। ਤੁਸੀਂ ਦੋਨੋਂ ਮੈਂ ਤਾਂ ਗੌਰਮੈਂਟ ਦਾ ਮੁਲਾਜ਼ਮ ਹਾਂ ਮੇਰੀ ਤਨਖਾਹ ਤਾਂ ਪੱਕੀ ਹੈ ਤੇ ਇਹ ਲਿਹਾਜ਼ਾ ਇਹ ਜਿਹੜੀ ਹੈ ਨਾ ਇਹਦੇ ਨਾਲ ਸ਼ਾਦੀ ਕਰਾਂਗਾ ਮੈਂ ਠੀਕ ਹੈ। ਫਿਰ ਐਸਾ ਕਰਦੇ ਕਰਦੇ ਉਹ ਅਦਾਲਤ 'ਚ ਫੈਸਲਾ ਚੱਲ ਜਾਂਦਾ। ਅਦਾਲਤ 'ਚ ਫੈਸਲਾ ਜਾਂਦਾ ਅਦਾਲਤ 'ਚ ਜੱਜ ਸਾਹਿਬ ਹੁੰਦੇ ਨੇ। ਜੱਜ ਸਾਹਿਬ ਦੇ ਸਾਹਮਣੇ ਜਦੋਂ ਤਿੰਨੋਂ ਚਾਰੋਂ ਪੇਸ਼ ਹੁੰਦੇ ਨੇ ਤੇ ਜੱਜ ਫੈਸਲਾ ਕਰਨ ਲੱਗੇ ਜਦੋਂ ਉਸ ਔਰਤ ਨੂੰ ਵੇਖਦਾ ਹੈ ਨਾ ਤੇ ਜੱਜ ਵੀ ਉੱਥੇ ਫਿਦਾ ਹੋ ਜਾਂਦਾ। ਜੱਜ ਕਹਿੰਦਾ ਓਏ ਹੋਏ ਹੋਏ ਯਾਰ ਇੰਨੀ ਖੂਬਸੂਰਤ ਔਰਤ ਇੰਨੀ ਖੂਬਸੂਰਤ ਔਰਤ ਇਹ ਜਿਹੜੀ ਹੈ ਨਾ ਉਹ ਮੈਂ ਇਹਦੇ ਨਾਲ ਸ਼ਾਦੀ ਕਰਾਂਗਾ। ਮੇਰੇ ਕੋਲ ਇੱਕ ਅੱਛੀ ਜੌਬ ਹੈ ਇਹਦਾ ਖਰਚਾ ਅਫੋਰਡ ਕਰਾਂਗਾ ਸਭ ਕੁਛ ਛੱਡਾਂ। ਤੇ ਉਹ ਔਰਤ ਕਹਿੰਦੀ ਕਿ ਸਰ ਐਸਾ ਗੱਲ ਹੈ ਵੇ ਕਿ ਇਸ ਟਾਈਮ 3-4 ਬੰਦੇ ਇਕੱਠੇ ਹੋ ਗਏ ਨੇ ਤੇ ਹਰ ਕੋਈ ਮੇਰੇ ਨਾਲ ਸ਼ਾਦੀ ਕਰਨ ਜਾਂਦਾ ਹੈ ਤੇ ਜਿਹੜਾ ਮੇਰੇ ਨਾਲ ਐਸਾ ਕਰੇ ਕਿ ਬਾਹਰ ਜਾ ਕੇ ਦੌੜ ਲਾਉਂਦੇ ਆ ਤੇ ਜਿਹੜਾ ਦੌੜ 'ਚੋਂ ਜਿੱਤ ਗਿਆ ਮੈਂ ਉਹਦੇ ਨਾਲ ਸ਼ਾਦੀ ਕਰ ਲਾਂਗੀ। ਉਹ ਫੈਸਲਾ ਸਾਰਿਆਂ ਨੂੰ ਚੰਗਾ ਲੱਗਾ। ਉਹ ਜਦੋਂ ਫੈਸਲਾ ਚੰਗਾ ਲੱਗਾ ਤੇ ਉਹਨੇ ਨਾਲ ਦੌੜ ਲਾਤੀ। ਹੁਣ ਉਹਨੂੰ ਪੜ੍ਹਨ ਲਈ ਪਿੱਛੇ ਕਾਨੂੰਨ ਵੀ ਪਿੱਛੇ ਦੌੜ ਰਿਹਾ ਵੇ ਪੁਲਿਸ ਵੀ ਦੌੜ ਰਹੀ ਹੈ ਰਈਸ ਆਦਮੀ ਵੀ ਦੌੜ ਰਿਹਾ ਪਿਓ ਵੀ ਪੁੱਤਰ ਵੀ ਦੌੜ ਲੱਗੀ ਹੈ। ਉਹ ਸ਼ਰਾਦੀ ਪਰੀ ਅੱਗੇ ਐ ਛੂਟ ਵਟਦੀ ਜਾਂਦੀ ਹੈ। ਇੱਕ ਵਕਤ ਆਉਂਦਾ ਹੈ ਕਿ ਉਹ ਯਕਦਮ ਗਹਿਰਾ ਜਿਹਾ ਖੜਾ ਗੜਾ ਆਉਂਦਾ ਹੈ ਤੇ ਉਹਦੇ ਡਿੱਗਦੇ ਨੇ ਤੇ ਉਹ ਸਾਰੇ ਥੱਲੇ ਨਾ ਤੇ ਉਹ ਖੂਬਸੂਰਤ ਔਰਤ ਉਸ ਗੜੇ ਦੇ ਉੱਤੇ ਖੜੇ ਹੋ ਕੇ ਨਾ ਤਾਰੀਖੀ ਅਲਫਾਜ਼ ਕਹਿੰਦੀ ਹੈ ਕਿ ਦਰਅਸਲ ਗੱਲ ਹੈ ਵੇ ਮੇਰਾ ਨਾਮ ਹੈ ਜ਼ਿੰਦਗੀ ਠੀਕ ਹੈ ਤੇ ਤੁਸੀਂ ਆਖਿਰਕਾਰ ਤੁਹਾਡਾ ਜਿਹੜਾ ਮੁਕਾਮ ਸੀ ਉੱਥੇ ਤੁਸੀਂ ਆ ਗਏ ਹੋ ਠੀਕ ਹੈ। ਉੱਤੋਂ ਉਹਨੇ ਪਾਈ ਮਿੱਟੀ। ਉਹ ਇਹ ਹਿਸਾਬ ਹੁੰਦੇ ਇਨਸਾਨਾਂ ਦਾ ਕੋਈ ਇਸ ਜ਼ਿੰਦਗੀ ਦੀ ਦੌੜ ਦੇ ਜੇ ਕੋਈ ਖੂਬਸੂਰਤ ਔਰਤ ਪਿੱਛੇ ਲੱਗਾ ਜੇ ਕੋਈ ਕਾਰੋਬਾਰ ਪਿੱਛੇ ਲੱਗਾ ਕੋਈ ਹੋਰ ਭੈਣ ਭਰਾਵਾਂ ਦੇ ਰਿਸ਼ਤਿਆਂ ਪਿੱਛੇ ਲੱਗਾ ਖੁਦਾ ਤਾਲਾ ਦੀ ਇਬਾਦਤ ਕਰਨਾ ਭੁੱਲੇ ਹੋਏ ਨੇ। ਇਸ ਤੋਂ ਪਹਿਲੇ ਕਿ ਅਸੀਂ ਲੋਕੀ ਸਾਰੇ ਉਸ ਗੜੇ ਦੇ ਵਿੱਚ ਡਿੱਗੀਏ ਤੇ ਸਾਨੂੰ ਇਹ ਜਿਹੜੇ ਨਾਰਮਲ ਜੋ ਲਵਾਜ਼ਮਾਤ ਹੁੰਦੇ ਨੇ ਇਨਸਾਨੀਅਤ ਦੀ ਖਿਦਮਤ ਮੁਹੱਬਤ ਪਿਆਰ ਤੇ ਸਭ ਕੁਛ ਇਹਨੂੰ ਵੀ ਵੜਨਾ ਚਾਹੀਦਾ ਹੈ ਤੇ ਨਾਲ ਖੁਦਾ ਤਾਲਾ ਦੀ ਇਬਾਦਤ ਵੀ ਕਰਨੀ ਚਾਹੀਦੀ ਹੈ। ਬਹਰਹਾਲ ਇਹ ਸਟੋਰੀ ਮੈਂ ਪੜ੍ਹੀ ਸੀ ਮੈਨੂੰ ਤਾਂ ਬਹੁਤ ਅੱਛੀ ਲੱਗੀ। ਅਲਬੱਤਾ ਜ਼ਿੰਦਗੀ ਦੀ ਹਕੀਕਤ ਇਹ ਹੈ ਵੀ ਇੱਕ ਦਿਨ ਅਸੀਂ ਗੜੀ ਡਿੱਗ ਜਾਣਾ ਬਾਕੀ ਸਾਰੇ ਧੋਖੇ ਨੇ ਫਰੇਬ ਹੈ ਮਕਰ ਹੈ ਇੱਕ ਦਿਨ ਸਾਰੀ ਚੀਜ਼ ਖਤਮ ਹੋ ਜਾਣੀ। ਸਾਰ ਇੱਥੇ ਕੱਖ ਨਹੀਂ ਰਹਿਣਾ। ਸਾਡੇ ਤੋਂ ਪਹਿਲੇ ਬਹੁਤ ਸਾਰੇ ਆਏ ਨੇ ਚਲੇ ਗਏ ਅਸੀਂ ਵੀ ਆਏ ਹਾਂ ਅਸੀਂ ਵੀ ਚਲੇ ਜਾਣਾ। ਇਹ ਜੋ ਗੱਡੀਆਂ ਮਕਾਨ ਘਰ ਬਾਰ ਸਭ ਕੁਛ ਇਹ ਸਭ ਕੁਛ ਬੇਕਾਰ ਹੈ ਅਗਰ ਦੇਖਿਆ ਜਾਏ ਤੇ। ਇਹ ਉਨੀ ਦੇਰ ਤੱਕ ਕਿ ਜਿੰਦਰ ਤੁਹਾਡਾ ਸਾਹ ਚੱਲਦਾ ਪਿਆ ਤੇ ਡਾਕਟਰ ਰਿਪੋਰਟ ਦਿੰਦਾ ਕਿ ਅਭੀ ਜੇ ਜ਼ਿੰਦਾ ਹੈ। ਜਦੋਂ ਡਾਕਟਰ ਕਹੇ ਨਾ ਕਿ ਉਹ ਦਿਲ ਕੀ ਧੜਕਣ ਰੁਕ ਗਈ ਉੱਥੇ ਸਾਰੇ ਕੰਮ ਰੁਕ ਜਾਣਾ ਹੈ ਤੇ ਦੁਨੀਆ ਦੇ ਕੰਮ ਨਹੀਂ ਰੁਕਣੇ। ਦੁਨੀਆ ਪਹਿਲੇ ਵੀ ਚੱਲਦੀ ਸੀ ਹਜ਼ਰਤ ਆਦਮ अलैहिस्सलाम ਤੋਂ ਤੇ ਅੱਜ ਵੀ ਚੱਲਦੀ ਹੈ ਤੇ ਚੱਲਦੀ ਰਹਿਣੀ ਹੈ। ਐਸੇ ਤਰ੍ਹਾਂ ਜਿੰਦੇ ਤੱਕ ਖੁਦਾ ਨੇ ਜੇ ਕਾਇਨਾਤ ਨੂੰ ਚਾਹੇ ਤਾਂ ਚਲਾਉਂਦਾ ਰਹੇਗਾ। ਦੁਨੀਆ 'ਚ ਆਉਂਦੇ ਤੇ ਜਾਂਦੇ ਰਹਿਣੇ ਨੇ। ਅਸੀਂ ਇੱਥੇ ਰਹਿ ਕੇ ਨਾ ਆਪਣਾ ਮਾਣ ਕਰੀਏ ਤੇ ਨਾ ਕਿਸੇ ਦਾ ਅਤਮਾਨ ਕਰੀਏ ਯਾਨੀ ਕਿਸੇ ਨੂੰ ਇਹ ਸਮਝੇ ਕਿ ਸਾਡੇ ਤੋਂ ਕੰਮ ਹੈ। ਕੋਈ ਪਤਾ ਨਹੀਂ ਖੁਦਾ ਤਾਲਾ ਦੇ ਅੰਦਰ ਕੌਣ ਬਿਹਤਰ ਹੈ ਕੌਣ ਕੰਮ ਹੈ ਇਹ ਤਾਂ ਖੁਦਾ ਤਾਲਾ ਬਿਹਤਰ ਜਾਣਦਾ ਹੈ।
ਮੇਰਾ ਛੋਟੀ ਜਿਹੀ ਸਟੋਰੀ ਮੈਂ ਪੜ੍ਹੀ ਸੀ, ਮੈਨੂੰ ਤਾਂ ਬਹੁਤ ਅੱਛੀ ਲੱਗੀ, ਹਕੀਕਤ ਵੀ ਆਈ ਹੈ। ਬਾਕੀ ਅੱਲਾਹ ਤਾਲਾ ਸਭ ਨੂੰ ਆਪਣੇ ਫਰਮਾਨ 'ਚ ਰੱਖੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਸੋਹਣਿਓ ਕਰ ਦਿਓ। ਹਾਂ ਕੋਈ ਗੱਲ ਨਹੀਂ, ਇਹਦੇ ਨਾਲ ਬਿੱਲ ਕੋਈ ਨਹੀਂ ਆਉਂਦਾ, ਜਿਹੜਾ ਬਿੱਲ ਉਹੀ ਆਉਣਾ ਜਿਹੜਾ ਵਾਪੜਾ ਲੈ ਭੇਜਣਾ ਤੁਹਾਨੂੰ, ਇਹਦੇ ਨਾਲ ਕੋਈ ਨਹੀਂ ਆਉਂਦਾ। ਕੋਈ ਨਹੀਂ ਗੱਲ, ਖੁਸ਼ ਰਿਹਾ ਕਰੋ, ਖੁਸ਼ ਰਹੋ, ਹੈ ਨਾ। ਕਹਿੰਦੇ ਨੇ ਜ਼ਿਕਰ ਨਾ ਕਰੋ ਤੇ ਫਿਕਰ ਨਾ ਕਰੋ, ਬਾਕੀ ਅੱਲਾਹ ਤਾਲਾ ਸਭ ਦੇ ਉੱਤੇ ਆਪਣਾ ਫਜ਼ਲ ਕਰੇ। ਅਸਲਾਮ ਅਲੈਕੁਮ।